ब्रिटेन की संसद च उठे किसान अंदोलन का मुद्दा, पीएम जॉनसन के जवाब ने सबनू किया हैरान। जी हाँ दोस्तों, तुहानू दस दईए कि ब्रिटेन की संसद बुधवार भारत के किसान अंदोलन का मुद्दा चुकिया गया सी, तां इस पते ते प्रधानमंत्री बोरिस जॉनसन के जवाब ने सबनू हैरान कर दिता। दरअसल जदों प्रधानमंत्री बोरिस जॉनसन ने भारत च किसानां वल्लों कीते जा रहे विरोध प्रदर्शन के सवाल पूछया तां ओह दुचेती विच पै गए। लेबर पार्टी के ब्रिटिश सिख संसद मैंबर तनमजीत सिंह ढेसी ने प्रधानमंत्री बोरिस जॉनसन नू भारत च किसानां वल्लों कीते जा रहे विरोध प्रदर्शन ते संसद च सवाल पूछया तां जॉनसन दुचेती विच पै गए। जॉनसन ने कहा कि भारत ते पाकिस्तान दे विच किसी भी विवाद दा हल दो पक्षी गलबात नाल ही हो सकदा है। जॉनसन दे जवाब तो हैरान ढेसी ने तत्काल सोशल मीडिया दा सहारा लिया ते ट्वीट ते हैरानी प्रगट की तां प्रधानमंत्री जॉनसन नू यह नहीं पता सी कि वह किसी विषय ते प्रतिक्रिया दे रहे। जॉनसन दे जवाब तो हैरान ढेसी ने तत्काल सोशल मीडिया दा सहारा लिया ते ट्वीट ते हैरानी प्रगट की तां कि प्रधानमंत्री जॉनसन नू यह नहीं पता कि वह किसी भी विषय ते प्रतिक्रिया दे रहे ने। वादे हां जी अगली खबर वल। किसानां ने सरकार दा प्रस्ताव ठुकराया, 12 नवंबर ਲਈ कर दिता वड्डा ऐलान। जी हां दोस्तों, तुहानू दस दईए कि 3 नਵੇਂ खेती कानूनां नू रद्द करन दी मंग कर रही किसान जथेबंदियां ने सरकार दे प्रस्ताव नू खारिज कर दिता है। किसान जथेबंदियां ने कहा कि जदों तक सरकार 3 कानूनां नू पूरी तरह वापस लैण दी मंग स्वीकार नहीं करदी तां उदों तक ਉਹ ਅੰਦੋਲਨ जारी रखणगे। उत्थे ही राहुल गांधी ते शरद पवार समेत होर 5 लीडरां ने राष्ट्रपति नाल मुलाकात करके खेती कानून नू वापस ले जाण दी मंग कीती। ਕੱਕਾ ने कहा कि इन्हां कानूनां दे विरोध च किसान 14 दसंबर नू सूबिਆਂ ਦੇ ਜ਼ਿਲ੍ਹਾ ਦਫ਼ਤਰਾਂ ਦਾ ਘਿਰਾਓ ਕਰਨਗੇ ਤੇ 12 ਦਸੰਬਰ ਨੂੰ ਦਿੱਲੀ ਜੈਪੁਰ ਰਾਜਮਾਰਗ ਬੰਦ ਕੀਤਾ ਜਾਵੇਗਾ। ਕਿਸਾਨ ਲੀਡਰ ਦਰਸ਼ਨਪਾਲ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ 12 ਦਸੰਬਰ ਨੂੰ ਆਗਰਾ ਦਿੱਲੀ ਐਕਸਪ੍ਰੈਸ ਵੇ ਨੂੰ ਬੰਦ ਕੀਤਾ ਜਾਵੇਗਾ ਤੇ ਇਸੇ ਦਿਨ ਦੇਸ਼ ਦੇ ਕਿਸੇ ਵੀ ਟੋਲ ਪਲਾਜ਼ੇ ਤੇ ਕੋਈ ਟੈਕਸ ਨਹੀਂ ਦਿੱਤਾ ਜਾਵੇਗਾ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਡਵਾਨੀ ਗਰੁੱਪ ਦੀ ਆਈ ਸਫਾਈ, ਕਹੀਏ ਵੱਡੀ ਗੱਲ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੇਂਦਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਵਾਰ-ਵਾਰ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਇਹਨਾਂ 'ਚ ਸਭ ਤੋਂ ਵੱਧ ਨਿਸ਼ਾਨੇ ਤੇ ਅਵਾਨੀ ਅਤੇ ਅਡਵਾਨੀ ਗਰੁੱਪ ਤੇ ਲਗਾਤਾਰ ਵੱਧ ਰਹੇ ਨੇ। ਪ੍ਰਦਰਸ਼ਨ ਤੋਂ ਬਾਅਦ ਅਡਵਾਨੀ ਗਰੁੱਪ ਵੱਲੋਂ ਅਨਾਜ ਦੀ ਖਰੀਦ ਨੂੰ ਲੈ ਕੇ ਅਡਾਨੀ ਗਰੁੱਪ ਨੇ ਖੇਤੀ ਕਾਨੂੰਨਾਂ ਤੇ ਕਿਸਾਨਾਂ ਵੱਲੋਂ ਉਹਨਾਂ ਦੀ ਕੰਪਨੀ ਤੇ ਚੁੱਕੇ ਜਾ ਰਹੇ ਸਵਾਲਾਂ ਤੇ ਸਫਾਈ ਦਿੱਤੀ ਹੈ। ਕੰਪਨੀ ਵੱਲੋਂ ਕਿਹਾ ਗਿਆ ਕਿ ਉਹ ਸਿੱਧੇ ਤੌਰ ਤੇ ਕਿਸਾਨਾਂ ਤੋਂ ਅਨਾਜ ਨਹੀਂ ਖਰੀਦ ਸਕਦੇ ਤੇ ਨਾ ਹੀ ਇਸ ਦੀ ਕੀਮਤ ਤੈਅ ਕਰ ਸਕਦੇ ਨੇ। ਉਹ ਸਿਰਫ FCI ਯਾਨੀ ਫੂਡ ਕਾਰਪੋਰੇਸ਼ਨ ਦੇ ਲਈ ਸਟੋਰੇਜ ਕਰ ਸਕਦੇ ਨੇ। ਅਡਾਨੀ ਗਰੁੱਪ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਨਾ ਤਾਂ ਸਟੋਰੇਜ ਦਾ ਪੈਮਾਨਾ ਤੈਅ ਕਰਦੀ ਹੈ ਅਤੇ ਨਾ ਹੀ ਅਨਾਜ ਦੀ ਕੀਮਤ ਉਹ ਸਿਰਫ FIC ਨੂੰ ਸਟੋਰੇਜ ਦੇ ਬੁਨਿਆਦੀ ਢਾਂਚਾ ਹੀ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ FCI ਕਿਸਾਨਾਂ ਨੂੰ ਅਨਾਜ ਖਰੀਦਣ ਦੀ ਹੈ, ਇਸ ਨੂੰ ਸਟੋਰ ਕਰਦੀ ਹੈ। ਪ੍ਰਾਈਵੇਟ ਪਲੇਅਰ ਨੂੰ ਸਟੋਰ ਫੀਸ ਦਿੱਤੀ ਜਾਂਦੀ ਹੈ। ਅਨਾਜ ਦੀ ਖਰੀਦ ਤੋਂ ਲੈ ਕੇ ਮਾਰਕੀਟਿੰਗ ਅਤੇ ਇਸ ਨੂੰ ਵੰਡਣ ਦਾ ਕੰਮ FCI ਦਾ ਹੁੰਦਾ ਏ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕਿਸਾਨਾਂ ਨੂੰ ਮਿਲਿਆ ਮਮਤਾ ਬੈਨਰਜੀ ਦਾ ਸਾਥ, ਖੇਤੀ ਬਿੱਲਾਂ ਖਿਲਾਫ ਧਰਨੇ ਤੇ ਬੈਠਣ ਦਾ ਐਲਾਨ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਖੇਤੀ ਬਿੱਲਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹੁਣ ਦੀਦੀ ਦਾ ਸਾਥ ਪੂਰੀ ਤਰ੍ਹਾਂ ਮਿਲ ਗਿਆ ਏ। ਖੁਦ ਮਮਤਾ ਬੈਨਰਜੀ ਅੱਜ ਕੋਲਕਾਤਾ ਤੋਂ ਗਾਂਧੀ ਮੂਰਤੀ ਦੇ ਕੋਲ ਧਰਨੇ ਤੇ ਬੈਠਣਗੇ। ਕੋਲਕਾਤਾ 'ਚ ਤ੍ਰਿਣਮੂਲ ਵੱਲੋਂ 8 ਤੋਂ 10 ਦਸੰਬਰ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਏ, ਜਿਸ ਦੇ ਆਖਰੀ ਦਿਨ ਮਮਤਾ ਬੈਨਰਜੀ ਸੰਬੋਧਨ ਕਰਨਗੇ। ਮੁੱਖ ਮੰਤਰੀ ਮਮਤਾ ਬੈਨਰਜੀ ਦੁਪਹਿਰ 3 ਵਜੇ ਗਾਂਧੀ ਮੂਰਤੀ ਪਹੁੰਚਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣੇ ਚਾਹੀਦੇ ਨੇ ਜਾਂ ਅਸਤੀਫਾ ਦੇ ਦੇਣਾ ਚਾਹੀਦਾ ਏ। ਉਹਨਾਂ ਨੇ ਕਿਹਾ ਕਿ BJP ਦੀ ਅਗਵਾਈ ਵਾਲੀ ਇੰਡੀਅਨ ਸਰਕਾਰ ਨੂੰ ਕਿਸਾਨਾਂ ਦੇ ਅਧਿਕਾਰ ਨੂੰ ਤਬਾਹ ਕਰਕੇ ਸੱਤਾ 'ਚ ਨਹੀਂ ਰਹਿਣਾ ਚਾਹੀਦਾ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਮੋਦੀ ਸਰਕਾਰ ਨੇ ਕਿਸਾਨਾਂ ਦੀ ਮੰਨੀਆਂ ਇਹ ਮੰਗਾਂ, ਅੰਦੋਲਨ ਖਤਮ ਕਰਨ ਦੀ ਅਪੀਲ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਭੇਜ ਕੇ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੇ ਸਾਰੇ ਇਤਰਾਜ਼ ਮੰਨ ਲਏ ਜਾਣ ਤੇ ਉਹਨਾਂ ਨੂੰ ਦੂਰ ਵੀ ਕੀਤਾ ਜਾਵੇਗਾ। ਹੁਣ ਕਿਸਾਨ ਲੀਡਰ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲੈਣਗੇ। ਸਿੰਘੂ ਬਾਰਡਰ ਉੱਪਰ ਕਿਸਾਨਾਂ ਦੀ ਮੀਟਿੰਗ ਜਾਰੀ ਹੈ। ABC ਸਾਂਝਾ ਨੂੰ ਮਿਲੇ ਪ੍ਰਸਤਾਵ ਤੇ ਖਰੜੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ। ਨੰਬਰ 1, ਕੇਂਦਰ ਸਰਕਾਰ MSP ਦੀ ਮੌਜੂਦਾ ਖਰੀਦ ਵਿਵਸਥਾ ਤੇ ਸੰਬੰਧ ਨੂੰ ਲਿਖਤੀ ਭਰੋਸਾ ਦੇਵੇਗੀ। ਨੰਬਰ 2, ਕੇਂਦਰ ਸਰਕਾਰ ਕਿਸਾਨਾਂ ਦੇ ਖੇਤੀ ਕਾਨੂੰਨਾਂ ਤੇ ਇਤਰਾਜ਼ਾਂ ਤੇ ਖੁੱਲੇ ਮਨ ਨਾਲ ਵਿਚਾਰ ਕਰਨ ਲਈ ਤਿਆਰ ਹੈ। ਨੰਬਰ 3, ਪਰਾਲੀ ਵਾਲੇ ਐਡੀਨੈਸ ਤੇ ਖੜੇ ਹੋਏ ਇਤਰਾਜ਼ ਦਾ ਵੀ ਹੱਲ ਕੀਤਾ ਜਾਵੇਗਾ। ਨੰਬਰ 4, ਮੰਡੀਆਂ ਟੁੱਟਣ ਦੇ ਖਾਸੇ ਤੇ ਕਾਨੂੰਨ 'ਚ ਸੋਧ ਹੋ ਸਕਦੀ ਹੈ। ਸੂਬਾ ਸਰਕਾਰ ਸੈਸ ਜਾਂ ਸੂਬਾ ਸਰਕਾਰ ਪ੍ਰੈਸ ਜਾਂ ਹੋਰ ਕਾਰਜ ਲਾ ਸਕਦੀ ਹੈ। ਨੰਬਰ 5, ਪੈਨ ਕਾਰਡ ਦੇ ਆਧਾਰ ਤੇ ਫਸਲ ਖਰੀਦੇ ਜਾਣ ਤੇ ਖਦਸੇ ਤੇ ਸੋਧ ਹੋ ਸਕਦੀ ਹੈ। ਸੂਬਾ ਸਰਕਾਰ ਨੂੰ ਇਸ ਤਰ੍ਹਾਂ ਦੇ ਪੰਜੀਕਰਨ ਲਈ ਨੀਅਤ ਬਣਾਉਣ ਦੀ ਸ਼ਕਤੀ ਦਿੱਤੀ ਜਾ ਸਕਦੀ ਹੈ। ਇਸ ਨਾਲ ਸਥਾਨਕ ਹਾਲਾਤ ਸੂਬਾ ਸਰਕਾਰਾਂ ਕਿਸਾਨਾਂ ਲਈ ਨਿਯਮ ਬਣਾ ਸਕਦੀ ਹੈ। ਨੰਬਰ 6, ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਖਦਸੇ
ਹਿੱਸੇ ਤੇ ਪਹਿਲਾਂ ਹੀ ਸਪਸ਼ਟ ਸੀ ਕਿ ਹੁਣ ਸਪਸ਼ਟ ਹੈ ਕਿ ਕਿਸਾਨਾਂ ਦੀ ਜ਼ਮੀਨ ਤੇ ਉਂਗਲੀ ਵਾਲੀ ਫਸਲ ਤੇ ਕੋਈ ਲੋਨ ਨਹੀਂ ਲਿਆ ਜਾ ਸਕਦਾ। ਨੰਬਰ 7 ਕੰਟਰੈਕਟ ਫਾਰਮਿੰਗ ਤੇ ਵਿਵਾਦ ਨੂੰ ਕਿਸਾਨਾਂ ਸਿਵਲ ਕੋਰਟ ਵਿੱਚ ਲਿਜਾ ਸਕਦਾ ਏ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਵੈਕਸੀਨ ਅਪਡੇਟ। ਕੋਰੋਨਾ ਵੈਕਸੀਨ ਲੈਣੀ ਹੈ ਤਾਂ ਸ਼ਰਾਬ ਤੋਂ ਕਰਨਾ ਹੋਵੇਗਾ ਕਿਨਾਰਾ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਰੂਸੀ ਸਿਹਤ ਮੰਤਰਾਲੇ ਨੇ ਗਮਰਾਲਿਆ ਇੰਸਟੀਟਿਊਟ ਆਫ ਐਪੀਡੋਮੋਲੋਜੀ ਤੇ ਮਾਈਕਰੋਗਲਾਫਿਕੋਲੋਜੀ ਨੇ ਸਲਾਹ ਦਿੱਤੀ ਹੈ ਕਿ ਸਪੁਟਨਿਕ ਵੈਕਸੀਨ ਦਾ ਹਰ ਰੋਜ਼ ਡੋਜ਼ ਲੈ ਕੇ ਬਾਅਦ ਘੱਟੋ-ਘੱਟ 3 ਦਿਨ ਤੱਕ ਸ਼ਰਾਬ ਦਾ ਸੇਵਨ ਨਾ ਕਰੋ। ਸੰਸਥਾ ਦੇ ਨਿਰਦੇਸ਼ਕ ਅਲੈਗਜ਼ੈਂਡਰ ਗਿਟਸਬਰਗ ਨੇ ਕਿਹਾ ਕਿ ਅਸੀਂ ਪੂਰਨ ਸ਼ਰਾਬ ਪਾਬੰਦੀ ਦੀ ਗੱਲ ਨਹੀਂ ਕਰ ਸਕਦੇ, ਪਰ ਇੱਕ ਕੰਟਰੋਲ ਰੋਕ ਲੋੜੀਦੀ ਹੈ। ਇਹ ਸਿਰਫ ਸਪੁਟਨਿਕ ਨਹੀਂ, ਕਿਸੇ ਵੀ ਕੋਰੋਨਾ ਵੈਕਸੀਨ ਲਈ ਕਾਰਗਰ ਸਲਾਹ ਹੈ। ਗਿਟਸਬਰਗ ਦੇ ਮੁਤਾਬਿਕ ਇਹ ਸਮਝਣਾ ਜ਼ਰੂਰੀ ਹੈ ਕਿ ਸ਼ਰਾਬ ਸਰੀਰ ਦੀ ਇਮਿਊਨਿਟੀ ਸਮਰੱਥਾ ਨੂੰ ਘਟਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕੋਵਿਡ ਦਾ ਟੀਕਾ ਲੈਣ ਤੇ 42 ਦਿਨ ਤੱਕ ਕਿਸੇ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਕਰਨ ਦੀ ਦਵਾਈ ਦਾ ਸੇਵਨ ਵੀ ਠੀਕ ਨਹੀਂ ਹੈ, ਤਾਂ ਕਿ ਕੋਵਿਡ-19 ਦੇ ਖਿਲਾਫ ਪ੍ਰਤੀਰੋਧਕ ਸਮਰੱਥਾ ਬਣਾਉਣ 'ਚ ਮੁਸ਼ਕਿਲ ਨਾ ਹੋਵੇ। ਇਹ ਮਾਪਦੰਡ ਹੈ ਕਿ ਕਿਸੇ ਵੀ ਸਥਿਤੀ 'ਚ ਪ੍ਰਭਾਵੀ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਅੰਦੋਲਨ ਦੌਰਾਨ 2 ਹਫ਼ਤਿਆਂ 'ਚ 15 ਕਿਸਾਨਾਂ ਦੀ ਮੌਤ, ਪਰ ਕੇਂਦਰ ਨਹੀਂ ਹੋਵੇਗੀ ਟਸਤੋਮਸ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਬਾਰਡਰ ਤੇ ਡਟੇ ਹੋਏ ਸਨ। ਇਸ ਦੌਰਾਨ ਕਈ ਵਾਰ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ ਗੱਲਬਾਤ ਹੋਈ ਹੈ, ਪਰ ਬੇਨਤੀ ਜਾਰੀ ਰਹੀ ਹੈ। ਆਖਿਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਧਰ ਕਿਸਾਨ ਵੀ ਕਿਸੇ ਗੱਲ ਤੇ ਡਟੇ ਹੋਏ ਹਨ। ਉਹ ਪਿੱਛੇ ਤਦ ਮੁੜਨਗੇ ਜਦੋਂ ਖੇਤੀ ਕਾਨੂੰਨ ਰੱਦ ਹੋਣਗੇ। ਤਰਸਾਦਗੀ ਇਹ ਹੈ ਕਿ ਪ੍ਰਦਰਸ਼ਨ ਦੌਰਾਨ ਪਿਛਲੇ 2 ਹਫ਼ਤਿਆਂ ਦੌਰਾਨ ਰੋਜ਼ਾਨਾ ਔਸਤਨ ਇੱਕ ਮਿਤਕ ਦੇਰ ਦਿੱਲੀ ਦੇ ਸਿੰਘੂ ਬਾਰਡਰ ਤੋਂ ਪੰਜਾਬ ਆ ਰਹੀ ਸੀ। ਹੁਣ ਤੱਕ ਕੁੱਲ 15 ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ। ਇਨ੍ਹਾਂ 'ਚ 4 ਕਿਸਾਨਾਂ ਦੀ ਮੌਤ ਹਾਦਸਿਆਂ ਕਾਰਨ ਹੋਈ ਹੈ। 10 ਦੀ ਦਿਲ ਦਾ ਦੌਰਾ ਪੈਣ ਕਾਰਨ ਤੇ ਇੱਕ ਨੂੰ ਠੰਡ ਦੀ ਲਪੇਟ ਨੇ ਲੈ ਲਿਆ। ਹਾਦਸਿਆਂ ਕਾਰਨ ਮੌਤਾਂ ਦਾ ਸਿਲਸਿਲਾ ਦਿੱਲੀ ਚਲੋ ਦੀ ਤਿਆਰੀ ਦੌਰਾਨ ਸ਼ੁਰੂ ਹੋਇਆ ਸੀ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਕਿਸਾਨ ਅੰਦੋਲਨ ਤੋਂ ਧਿਆਨ ਲਾਭੇ ਕਰਨ ਲਈ ਸਰਜੀਕਲ ਸਟ੍ਰਾਈਕ ਦੀ ਤਿਆਰੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਪਾਕਿਸਤਾਨ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਉਸ ਤੇ ਹੋਰ ਕੋਈ ਸਰਜੀਕਲ ਸਟ੍ਰਾਈਕ ਕਰ ਸਕਦਾ ਹੈ। ਇਸ ਨੂੰ ਵੇਖਦੇ ਕੌਮਾਂਤਰੀ ਸਰਹੱਦ ਉੱਤੇ ਉਸਦੇ ਫੌਜ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਐਕਸਪ੍ਰੈਸ ਟਿਊਬਰ ਦੀ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਮਿਲਦੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਧਿਆਨ ਲੱਭੇ ਕਰਨ ਤੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਸਰਹੱਦ ਉੱਤੇ ਕੋਈ ਵੱਡੀ ਕਾਰਵਾਈ ਜਾਂ ਸਰਜੀਕਲ ਸਟ੍ਰਾਈਕ ਲਈ ਅੱਗੇ ਵਧ ਸਕਦੀ ਹੈ। ਰਿਪੋਰਟ 'ਚ ਅੱਗੇ ਆਇਆ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਪੁੱਠੀਆਂ ਹੋ ਗਈਆਂ ਨੇ। ਅਜਿਹੇ ਹਾਲਾਤ ਵਿੱਚ ਚਿੰਤਾ ਹੈ ਕਿ ਕੱਟੜ ਕਿਸਮ ਦੀ ਰਾਸ਼ਟਰਵਾਦੀ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਤੇ ਖਾਲਿਸਤਾਨੀ ਅੰਦੋਲਨ ਨੂੰ ਤਾਕਤ ਮਿਲਣ ਤੋਂ ਰੋਕਣ ਲਈ ਉਹ ਕਿਸੇ ਵੀ ਹੱਦ ਤੇ ਜਾ ਸਕਦੀ ਹੈ। ਵਾਧੇ ਹਾਂ ਜੀ ਅਗਲੀ ਖਬਰ ਵੱਲ। ਦੇਸ਼ ਵਿੱਚ ਖੁੱਲਣਗੇ 1 ਕਰੋੜ ਡਾਟਾ ਸੈਂਟਰ। ਕੈਬਨਿਟ ਤੋਂ ਮਿਲੀ ਪੀਐਮ ਵਾਈਫਾਈ ਯੋਜਨਾ ਨੂੰ ਮਨਜ਼ੂਰੀ। ਜੀ ਹਾਂ ਦੋਸਤੋ, ਤੁਹਾਨੂੰ ਦੱਸਦੀ ਹੈ ਕਿ ਪੀਐਮ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਦਿੱਲੀ ਦੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਹੈ, ਜਿਸ ਵਿੱਚ ਦੇਸ਼ ਵਿੱਚ ਫਾਸਟ ਇੰਟਰਨੈਟ ਕਨੈਕਟੀਵਿਟੀ ਪਹੁੰਚਾਉਣ ਦੀਆਂ ਕਈ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਕੈਬਨਿਟ ਦੀ ਬੈਠਕ 'ਚ ਦੇਸ਼ ਵਿੱਚ 1 ਕਰੋੜ ਡਾਟਾ ਸੈਂਟਰ ਖੋਲ੍ਹਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਨੂੰ ਪ੍ਰਧਾਨਗੀ ਵਾਈਫਾਈ ਐਕਸੈਸ ਇੰਟਰਫੇਸ ਨਾਂ ਦਿੱਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਦੇਸ਼ ਵਿੱਚ ਫਾਸਟ ਇੰਟਰਨੈਟ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਕ੍ਰਾਂਤੀ ਆ ਜਾਵੇਗੀ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਵੱਲੋਂ ਪਬਲਿਕ ਡਾਟਾ ਆਫਿਸ ਪੀਡੀਓ ਖੋਲ੍ਹਿਆ ਜਾਵੇਗਾ, ਜਿਸ ਲਈ ਕਿਸੇ ਲਾਇਸੈਂਸ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਤੋਂ ਸਿਰਫ 7 ਦਿਨਾਂ 'ਚ ਡਾਟਾ ਸੈਂਟਰ ਖੋਲ੍ਹਣ ਦੀ ਇਜਾਜ਼ਤ ਮਿਲੇਗੀ। ਦੱਸ ਦਈਏ ਕਿ ਭਾਰਤ ਸਰਕਾਰ ਵੱਧ ਤੋਂ ਵੱਧ ਲੋਕਾਂ ਤੱਕ ਇੰਟਰਨੈਟ ਪਹੁੰਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਦੇ ਲਈ ਸਬਰੀਨ ਆਪਟੀਕਲ ਫਾਈਬਰ ਕੇਬਲ ਕਨੈਕਟੀਵਿਟੀ ਦੀ ਯੋਜਨਾ ਤੇ ਕੰਮ ਕੀਤਾ ਜਾ ਸਕਦਾ ਹੈ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਕੋਚੀ ਤੋਂ ਲਕਸ਼ਦੀਪ ਦੇ ਵਿਚਕਾਰ ਆਪਟੀਕਲ ਫਾਈਬਰ ਵਿਛਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਦੇ ਕਰੀਬ 1072 ਕਰੋੜ ਰੁਪਏ ਅਨੁਮਾਨਿਤ ਖਰਚ ਆਉਣ ਦੀ ਉਮੀਦ ਹੈ।